ਵਾਹਿਗੁਰੂ ਉਚਾਰਨ ਕਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਮੁਖ ਸੇਵਾ ਜੋ ਕਰੇ, ਦੂਜੇ ਭਾਏ ਚਿਤ ਲਾਏ। ਕੱਲ ਮਹਾਰਾਜ ਨੇ ਬਚਨ ਕਹੇ ਸਨ ਵੀ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਜਿਹੜੇ ਸਤਿਗੁਰਾਂ ਦੀ ਚਾਕਰੀ ਕਰਦੇ ਹੈ, ਸੇਵਾ ਕਰਦੇ, ਇਹ ਕਰੜੀ ਕਾਰ ਹੈ। ਭਾਵ ਕਿ ਸੇਵਾ ਕਮਾਉਣੀ, ਹੁਕਮ 'ਚ ਚੱਲਣਾ ਬੜਾ ਔਖਾ ਹੈ। ਪਰ ਅੱਜ ਮਹਾਰਾਜ ਨੇ ਬਚਨ ਕੇ ਮਨਮੁਖ ਜਿਹੜੀ ਸੇਵਾ ਕਰਦੇ ਨਾ, ਉਹ ਦੂਜੇ ਭਾਏ ਚਿੱਤ ਲਾਏ ਸੇਵਾ ਕਰਦੇ ਆ। ਮਨਮੁਖ ਦਾ ਵਿਸ਼ਵਾਸ ਇੱਕ ਤੇ ਨਹੀਂ ਬਣਦਾ, ਉਹ ਸੇਵਾ ਤੇ ਕਰਦਾ ਹੈ, ਪਰ ਦੂਜੇ ਭਾਈ ਚਿੱਤ ਲਾਏ, ਉਹਦਾ ਚਿੱਤ ਦੂਸਰੇ ਨਾਲ ਵੀ, ਉਹਦਾ ਹਿੱਤ ਕਿਸੇ ਦੂਸਰੇ ਨਾਲ ਵੀ ਹੈ। ਸੇਵਾ ਵੀ ਕਰਦਾ ਹੈ। ਗੁਰਮੁਖੋ ਸਾਨੂੰ ਗੁਰੂ ਸਾਹਿਬ ਜੀ ਨੇ ਇਹੀ ਦ੍ਰਿੜ ਕਰਵਾਇਆ। ਮਹਾਰਾਜ ਜਿੱਥੇ ਵੀ ਸਰੀਰ ਕਰਕੇ ਗਏ ਤਾਂ ਸਤਿਗੁਰੂ ਹੁਣ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੈ। ਮਹਾਰਾਜ ਨੇ ਕਦੇ ਵੀ ਨਹੀਂ ਕਿਹਾ ਵੀ ਤੁਹਾਡਾ ਧਰਮ ਮਾੜਾ ਹੈ, ਤੁਸੀਂ ਸਾਡੇ ਨੂੰ ਅਪਣਾਓ। ਮਹਾਰਾਜ ਨੇ ਕਿਹਾ ਜਿਹਦੇ 'ਚ ਹੈ ਉਹ ਤੁਹਾਨੂੰ ਪੱਕੇ ਰਹਿਣਾ ਚਾਹੀਦਾ। ਜੇ ਮੁਸਲਮਾਨ ਹੋ ਤੇ ਫਿਰ ਮੁਸਲਮਾਨ ਬਣ ਕੇ ਰਹੋ, ਜੇ ਹਿੰਦੂ ਹੋ ਪੱਕੇ ਰਹੋ, ਜੇ ਸਿੱਖ ਹੋ ਤੇ ਤੁਸੀਂ ਫਿਰ ਵੀ ਪੱਕੇ ਰਹੋ। ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ, ਹਾਂ ਜਿਹੜਾ ਗੁਰੂ ਵਾਲਾ ਬਣ ਜਾਂਦੇ ਉਹ ਤੇ ਫਿਰ ਪਾਏ ਗਹੇ ਜਬ ਤੇ ਤੁਮਰੇ, ਜਦੋਂ ਤੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਕੜ ਲੈਂਦਾ ਤਬ ਤੇ ਕੋ ਆਖ ਧਰੇ ਨਹੀਂ ਆਨਿਓ। ਉਹ ਕਹਿੰਦੇ ਜੀ ਮੈਂ ਕਿਸੇ ਨੂੰ ਅੱਖ ਤੇ ਨਹੀਂ ਟਿਕਾਉਂਦਾ, ਭਾਵੇਂ ਅਨੇਕਾਂ ਧਾਰਮਿਕ ਗ੍ਰੰਥ ਨੇ, ਮੈਂ ਕਿਸੇ ਦੀ ਨਹੀਂ ਮੰਨਦਾ, ਕਿਉਂਕਿ ਹੁਣ ਗੁਰੂ ਵਾਲਾ ਬਣ ਗਿਆ। ਪਾਹੇ ਗਹੇ ਜਬ ਤੇ ਤੁਮਰੇ, ਜਦੋਂ ਤੋਂ ਤੁਹਾਡੇ ਚਰਨ ਪਕੜੇ, ਤਬ ਤੇ ਕੋ ਉਸ ਸਮੇਂ ਤੋਂ ਕੋ ਆਖ ਧਰੇ ਨਹੀਂ ਆਨਿਓ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹਿ, ਅਨੇਕਾਂ ਮਤ ਨੇ, ਉਹ ਅਨੇਕਾਂ ਗੱਲਾਂ ਹੀ ਕਹਿੰਦੇ, ਮਤ ਏਕ ਨਾ ਮਾਨਿਓ। ਮੈਂ ਹੁਣ ਇਹਨਾਂ ਦੀ ਨਹੀਂ ਮੰਨਦਾ, ਹੁਣ ਮੈਂ ਕੋਈ ਹੋਰ ਨਹੀਂ ਕਰਾਉਣਾ, ਹਵਨ ਨਹੀਂ ਕਰਾਉਣਾ, ਹੋਰ ਪਾਸੇ ਨਹੀਂ ਮੈਂ ਜਾਣਾ। ਅਨੇਕਾਂ ਮਤ ਨੇ, ਅਨੇਕਾਂ ਕਰਨ ਵਾਸਤੇ ਪ੍ਰੇਰਦੇ ਹੈ, ਹੁਣ ਮੈਂ ਨਹੀਂ ਕਰਦਾ। ਜਦੋਂ ਤੋਂ ਤੁਹਾਡੇ ਚਰਨਾਂ 'ਚ ਗਿਆ, ਅੱਗੇ ਦੁਹਰੇ ਮਹਾਰਾਜ ਨੇ ਬਚਨ ਕਹੇ ਸਗਲ ਦੁਆਰ ਕੋ ਛੱਡ ਕੇ, ਅੱਗੇ ਜਾਂਦਾ ਸੀ ਪਰ ਹੁਣ ਛੱਡ ਦਿੱਤਾ। ਪਾਏ ਗਹੇ ਜਬ ਤੇ ਤੁਮਰੇ, ਉਸ ਸਮੇਂ ਤੋਂ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਹੁਣ ਤੇ ਤੁਹਾਡੇ ਦਰਵਾਜ਼ੇ ਤੇ ਹੀ ਹੈ। ਹਾਂ ਹੁਣ ਇਹ ਬੇਨਤੀ ਕਰਦਾ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ, ਹੁਣ ਤੇ ਤੁਹਾਡੇ ਦਾਸ ਹੈ, ਚਰਨਾਂ 'ਚ ਆਏ ਦੀ ਹੁਣ ਲਾਜ ਰੱਖਿਓ। ਮਨਮੁਖ ਸੇਵਾ ਜੋ ਕਰੇ, ਬੜੇ ਸਿੱਧੇ ਜਿਹੇ ਬਚਨ ਗੁਰੂ ਸਾਹਿਬ ਨੇ ਕਹੇ ਵੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਜਿਹੜੇ ਇੱਕ ਨੂੰ ਛੱਡ ਕੇ ਦੂਜੇ ਨਾਲ ਵੀ ਜੁੜ ਜਾਂਦੇ ਆ ਨਾ, ਮਹਾਰਾਜ ਕਹਿੰਦੇ ਡੁੱਬੇ ਸੇ ਵਣਜਾਰਿਓ, ਫਿਰ ਇੱਕ ਦਿਨ ਡੁੱਬ ਜਾਂਦੇ ਹੈ। ਕਿਉਂਕਿ ਅਸਲੀ ਵਪਾਰ ਨਹੀਂ ਕਰਦੇ, ਉਹ ਸੱਚ ਨਾਲ ਨਹੀਂ ਜੁੜਦੇ। ਹੋਰ ਨਾ ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ, ਪਾਹਨ ਨੀਰ ਪਖਾਲੀਏ ਭਾਈ, ਜਲ ਮੈਂ ਬੂਢੇ ਤੇ। ਮਹਾਰਾਜ ਕਹਿੰਦੇ ਪੱਥਰ ਤੇ ਪਾਣੀ 'ਚ ਡੁੱਬੀ ਜਾਂਦਾ ਹੈ। ਹੋਰਨਾਂ ਤੋਂ ਮੰਗੋਗੇ ਕੁਝ ਨਹੀਂ ਮਿਲੇਗਾ। ਜੇ ਗੁਰੂ ਨਾਲ ਜੁੜੇ ਹੋ, ਫਿਰ ਗੁਰੂ ਵਾਲੇ ਬਣ ਕੇ ਸਾਨੂੰ ਰਹਿਣਾ ਚਾਹੀਦਾ। ਦਾਸ ਨੇ ਬਹੁਤ ਮੇਰੀ ਪੰਕਤੀਆਂ ਦ੍ਰਿੜ ਕਰਵਾਈਆਂ। ਹਰ ਕੀ ਤੁਮ ਸੇਵਾ ਕਰੋ, ਇੱਕ ਦੀ ਸੇਵਾ, ਦੂਜੀ ਸੇਵਾ ਕਰੋ ਨਾ ਕੋਏ ਜੀ। ਮਹਾਰਾਜ ਕਹਿੰਦੇ ਹੋਰ ਕਿਸੇ ਦੂਸਰੇ ਦੀ ਸੇਵਾ ਨਾ ਕਰੋ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ। ਜੇ ਹਰ ਦੀ ਸੇਵਾ ਕਰੋਗੇ ਮਨੋ ਚਿੰਦਿਆ ਫਲ ਮਿਲੇਗਾ। ਦੂਜੀ ਸੇਵਾ ਜੇ ਰੱਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ, ਜਨਮ ਵਿਅਰਥ ਚਲਾ ਜਾਂਦਾ। ਮਹਾਰਾਜ ਕਹਿੰਦੇ ਇੱਕ ਦੇ ਨਾਲ ਜੁੜਨਾ ਚਾਹੀਦਾ, ਇੱਕ ਮਾਲਕ ਨੂੰ ਛੱਡ ਕੇ ਹੋਰਨਾਂ ਤੇ ਦਰ ਤੇ ਨਹੀਂ ਭਟਕਣਾ ਚਾਹੀਦਾ। ਦਾਸ ਨੇ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਸ਼੍ਰੀ ਕ੍ਰਿਸ਼ਨ ਜੀ ਪ੍ਰਸ਼ਾਦਾ ਛਕਣ ਲੱਗੇ ਤੇ ਗੁਰਾਈ ਵਿੱਚ ਰੱਖ ਕੇ ਦੌੜ ਜਾਂਦੇ ਆ ਬਾਹਰ, ਬੜੀ ਤੇਜ਼ੀ ਨਾਲ ਦੌੜਦੇ ਆ, ਪਰ ਦਰਵਾਜ਼ੇ ਤੋਂ ਫਿਰ ਵਾਪਸ ਆਣ ਕੇ ਪ੍ਰਸ਼ਾਦਾ ਛਕਣ ਲੱਗ ਪੈਂਦੇ। ਪੁੱਛਿਆ ਸੇਵਕ ਨੇ, ਕਹਿੰਦੇ ਜੀ ਐਡੀ ਜਲਦੀ ਤੁਸੀਂ ਬਾਹਰ ਦੌੜ ਕੇ ਗਏ ਔਰ ਐਡੀ ਜਲਦੀ ਵਾਪਸ ਵੀ ਆ ਗਏ। ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਕੋਈ ਸਾਡਾ ਭਗਤ ਸੀ,
ਉਹ ਸਾਨੂੰ ਚੇਤੇ ਕਰਦਾ ਸੀ ਤੇ ਉਹਦੇ ਤੇ ਕੋਈ ਮੁਸੀਬਤ ਅਸੀਂ ਦੌੜ ਕੇ ਗਏ ਉਹਦੀ ਮਦਦ ਕਰੀਏ, ਪਰ ਅਸੀਂ ਨੇੜੇ ਗਏ ਤੇ ਹੋਰ ਕਿਸੇ ਨੂੰ ਯਾਦ ਕਰਨ ਲੱਗ ਪਿਆ, ਸਾਨੂੰ ਭੁੱਲ ਗਿਆ, ਛੱਡ ਦਿੱਤਾ ਸਾਨੂੰ। ਸ਼੍ਰੀ ਕ੍ਰਿਸ਼ਨ ਕਹਿੰਦਾ ਸੀ, ਉਹ ਛੱਡ ਕੇ ਹੁਣ ਹੋਰ ਕਿਸੇ ਨੂੰ ਜਪਣ ਲੱਗ ਪਿਆ। ਹੁਣ ਅਸੀਂ ਬੇਫਿਕਰ ਹੋ ਗਏ ਹਾਂ, ਹੁਣ ਜਿਹਨੂੰ ਜਪਦਾ ਉਹ ਬਚਾਏਗਾ, ਤੇ ਉਹਨੂੰ ਛੱਡ ਕੇ ਉਹਦੇ ਆਉਂਦਿਆਂ ਨੂੰ ਉਹਨੇ ਹੋਰ ਕਿਸੇ ਨੂੰ ਜਪਣ ਲੱਗ ਪੈਣਾ। ਫਿਰ ਬਚਾਉਣਾ ਕਿਸੇ ਵੀ ਨਹੀਂ ਹੈ। ਮਹਾਰਾਜ ਕਹਿੰਦੇ ਜੁੜ ਇੱਕ ਨਾਲ ਜਾਣਾ ਚਾਹੀਦਾ, ਇੱਕ ਨਾਲ ਜੁੜਾਂਗੇ ਤੇ ਗੁਰਮੁਖੋ ਭਵਜਲ ਤੋਂ ਪਾਰ ਪਵਾਂਗੇ। ਤੇ ਜੇ ਥਾਂ ਥਾਂ ਤੇ ਝੁਕਾਂਗੇ ਤੇ ਫਿਰ ਸਿਰੇ ਕਿਸੇ ਨੇ ਨਹੀਂ ਲਾਉਣਾ। ਮਨਮੁਖ ਸੇਵਾ ਜੋ ਕਰੇ, ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿੰਦੇ ਭੇਡ ਦੀ ਪੂਛ ਫੜਿਆ ਅਸੀਂ ਪਾਰ ਨਹੀਂ ਲੱਗ ਸਕਦੇ। ਰੱਬ ਨੂੰ ਗੁਰੂ ਨੂੰ ਛੱਡ ਕੇ ਜੇ ਹੋਰਨਾਂ ਤੇ ਐਵੇਂ ਵਿਸ਼ਵਾਸ ਰੱਖਾਂਗੇ ਨਾ, ਭੇਡੇ ਪੂਛਣ ਲੱਗਿਆ ਕਿਉਂ ਪਾਰ ਲੰਘੀ ਹੈ। ਕਹਿੰਦੇ ਪਾਰ ਕਿਵੇਂ ਲੱਗਾ? ਭੇਡ ਤੇ ਪਾਣੀ ਨੂੰ ਤੈਰਦੀ, ਪਾਣੀ ਤੋਂ ਤੈਰਦੀ ਨਹੀਂ ਹੈ। ਤੇ ਗੁਰੂ ਨੂੰ ਰੱਬ ਨੂੰ ਛੱਡ ਕੇ ਐਵੇਂ ਪਖੰਡੀਆਂ ਜੀਆਂ ਦੀਆਂ ਪੱਲਾ ਪਕੜ ਦੇਣਾ, ਜਿਹੜੇ ਆਪ ਵੀ ਡੁੱਬਣਗੇ, ਆਪ ਡੁੱਬੇ ਚਾਹੋ ਬੇਦ ਮੈਂ ਚੇਲੇ ਦੀਏ ਬਹਾਏ, ਉਹ ਸਾਨੂੰ ਕਿਵੇਂ ਪਾਰ ਲਾਉਣਗੇ? ਸਾਨੂੰ ਇੱਕ ਨਾਲ ਜੁੜਨਾ ਚਾਹੀਦਾ। ਪੜ੍ਹ ਪੁਸਤਕ ਸੱਧਿਆ ਬਾਦਕ, ਸਿਲ ਪੂਜਸ ਬਗਲ ਸਮਾਦਕ, ਮੁਖ ਝੂਠ ਭੂਖਣ ਸਾਧਕ, ਤ੍ਰੈਪਾਲ ਤਿਹਾੜ ਵਿਚਾਰਕ, ਗਲ ਮਾਲਾ ਤਿਲਕ ਲਲਾਟਕ, ਦੋਏ ਧੋਤੀ ਬਸਤਰ ਕਪਾਟਕ, ਕਹੋ ਨਾਨਕ ਨਿਸ਼ਚੋ ਧਿਆਵੈ, ਬੇਟ ਸਤਿਗੁਰ ਬਾਟ ਨਾ ਪਾਵੈ। ਕਹਿੰਦੇ ਸਤਿਗੁਰੂ ਤੋਂ ਬਗੈਰ ਰੱਬ ਦੇ ਰਸਤੇ ਤੇ ਨਹੀਂ ਚੱਲਿਆ ਜਾਣਾ। ਜਿਹੜਾ ਨੇਚੇ ਨਾਲ ਧਿਆਉਂਦਾ ਹੈ ਤੇ ਜਿਹੜਾ ਹੋਰਨਾਂ ਦੇ ਪਿੱਛੇ ਤੁਰਿਆ ਫਿਰਦਾ, ਮਹਾਰਾਜ ਕਹਿੰਦੇ ਉਹ ਤੇ ਭੇਡ ਦੀ ਪੂਛ ਫੜਨ ਵਾਲੀ ਗੱਲ ਹੈ। ਕਹਿੰਦੇ ਕਿਵੇਂ ਪਾਰ ਲੰਘੇਗਾ? ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀਏ, ਭੂਤਾਂ ਨਾਲ ਦੋਸਤੀ ਪਾ ਕੇ ਸਹਿਬ 'ਚ ਹੀ ਫਿਰ ਜਿਵਾਂਗੇ। ਰੱਬ ਨੂੰ ਛੱਡ ਦਿੱਤਾ ਨਾ, ਤੇ ਐਵੇਂ ਹੋਰਨਾਂ ਦੀ ਜਿਨ੍ਹਾਂ ਨੂੰ ਅਸੀਂ ਵੇਖਿਆ ਇੰਨੀ ਭੂਤਾਂ ਦੀ ਲੋਕ ਪੂਜਾ ਕਰਨ ਲੱਗ ਪਏ, ਉਹ ਭਟਕਣਾ ਦੇ ਅੰਦਰ ਪੈ ਗਏ ਲੋਕ। ਰੱਬ ਨੂੰ ਛੱਡ ਕੇ, ਇੱਕ ਨੂੰ ਛੱਡ ਕੇ ਦੂਜਿਆਂ ਤੀਜਿਆਂ ਨਾਲ ਜੁੜ ਗਏ। ਭਾਈ ਗੁਰਦਾਸ ਜੀ ਕਹਿੰਦੀ ਨਦੀ ਕਿਨਾਰੇ ਰੁਖੜਾ ਵਿਸਾਹ ਨਾ ਕੀਜੈ। ਇਹ ਤੇ ਨਦੀ ਕਿਨਾਰੇ ਰੁਖੜਾ ਉਹਦਾ ਵਿਸ਼ਵਾਸ ਨੇ, ਪਤਾ ਨਹੀਂ ਕਦੋਂ ਛੰਦ ਆਏਗੀ, ਉਹਨੇ ਜੜ੍ਹਾਂ ਤੋਂ ਖੇਡ ਕੇ ਦਰਖਤ ਨੂੰ ਲੈ ਜਾਣਾ। ਮਿਰਤਕ ਨਾਲ ਵਿਆਹੀ ਗਏ ਸੁਹਾਗ ਨਾ ਥੀਏ। ਕਹਿੰਦੇ ਮੁਰਦੇ ਨਾਲ ਕਦੇ ਕਿਸੇ ਦਾ ਵਿਆਹ ਨਹੀਂ ਹੁੰਦਾ, ਤੇ ਜੇ ਮੁਰਦੇ ਨਾਲ ਵਿਆਹ ਤੇ ਉਹ ਸੁਹਾਗਣ ਨਹੀਂ ਖਵਾ ਸਕਦੀ। ਮੁਰਦੇ ਨਾਲ ਥੋੜੀ ਵਿਆਹੀ ਜਾਂਦੀ ਕੋਈ ਔਰਤ, ਜੇ ਵਿਆਹੀ ਵੀ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਉਹ ਸੁਹਾਗਣ ਨਹੀਂ ਹੋ ਸਕਦੀ। ਵਿਸ ਹਲਾਹਲ ਬੀਜ ਕੇ ਕਿਉਂ ਅਮਿਓ ਲੈ ਗਏ। ਕਹਿੰਦੇ ਜ਼ਹਿਰ ਬੀਜ ਕੇ ਅੰਮ੍ਰਿਤ ਕਿਵੇਂ ਪ੍ਰਾਪਤ ਹੋਏਗਾ। ਵੇਮੁਖ ਸੇਤੀ ਪਿਰਹੜੀ ਜਮ ਡੰਡ ਸਹੀ ਹੈ। ਕਹਿੰਦੇ ਮਨਮੁਖ ਜਿਹੜੇ ਨੇ ਨਾ, ਬੇਮੁਖ ਜਿਹੜੇ ਕਹਿ ਲਓ, ਮਨਮੁਖ ਕਹਿ ਲਓ, ਅਰਥ ਇੱਕ ਹੈ। ਮਹਾਰਾਜ ਕਹਿੰਦੇ ਸੇਤੀ ਪਿਰਹੜੀ, ਮਨਮੁਖਾਂ ਦੇ ਨਾਲ ਦੋਸਤੀ, ਰੱਬ ਨੂੰ ਛੱਡ ਕੇ ਹੋਰਨਾਂ ਨਾਲ ਪਿਆਰ, ਉਹ ਤੇ ਇਸ ਤਰ੍ਹਾਂ ਫਿਰ ਜਮ ਡੰਡ ਸਹੀ ਹੈ, ਜਮਾਂ ਦਾ ਡੰਡਾ ਸਹਿਣਾ ਪਏਗਾ। ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ। ਮਨਮੁਖ ਜਿੰਨੀ ਵੀ ਸੇਵਾ ਕਰਦਾ ਹੈ ਹੋਰਨਾਂ ਦੀ, ਦੂਜੇ ਭਾਏ ਚਿਤ ਲਾਏ। ਕਈ ਤੁਹਾਨੂੰ ਮਿਲ ਜਾਣਗੇ ਗੁਰਮੁਖੋ, ਇੱਥੇ ਵੀ ਤੁਹਾਨੂੰ ਮਿਲਣਗੇ ਗੁਰਦੁਆਰੇ, ਤੁਹਾਨੂੰ ਹੋਰ ਜਗ੍ਹਾ ਤੇ ਵੀ ਖੜੇ ਹੋ ਨਜ਼ਰ ਆਉਣਗੇ, ਫਿਰ ਉਹ ਸਿਰ ਵੀ ਝੁਕਾਉਂਦੇ ਹੈ। ਇੱਕ ਨਾਲ ਜੁੜ, ਜਿਹਦੇ ਨਾਲ ਜੁੜੇ ਇੱਕ ਨਾਲ ਸਾਨੂੰ ਜੁੜਨਾ ਚਾਹੀਦਾ, ਇੱਕ ਤੇ ਵਿਸ਼ਵਾਸ ਹੋਣਾ ਚਾਹੀਦਾ। ਮਹਾਰਾਜ ਨੇ ਬਚਨ ਕੱਲ ਸ਼ਾਮ ਦੇ ਦੀਵਾਨਾਂ 'ਚ ਵੀ ਦਾਸ ਬੇਨਤੀ ਕਰਦਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾਨੈ। ਇੱਕ ਤੋਂ ਬਗੈਰ ਅਸੀਂ ਕਿਸੇ ਦੂਸਰੇ ਨੂੰ ਨਾਲ ਨਹੀਂ ਜੁੜਨਾ, ਨਹੀਂ ਉਹਨੂੰ ਪੂਜਣਾ। ਪਰ ਮਨਮੁਖ ਉਹਦਾ ਇੱਕ ਤੇ ਵਿਸ਼ਵਾਸ ਨਹੀਂ ਬਣਦਾ, ਉਹ ਇੱਧਰ ਉੱਧਰ ਭਟਕਦਾ। ਉਹਨੂੰ ਕੋਈ ਦਾਤ ਮਿਲ ਵੀ ਨਾ ਜਾਵੇ, ਉਹ ਫਿਰ ਉਹ ਸੋਚੀ ਪੈ ਜਾਂਦਾ ਵੀ ਕਿੱਥੋਂ ਮਿਲੀ ਹੋਏਗੀ, ਉਧਰੋਂ ਇੱਧਰੋਂ ਜਾਂ ਕਿਤੋਂ, ਕਿਸੇ ਤੇ ਵੀ ਫਿਰ ਕਿਸੇ ਦਾ ਵੀ ਵਿਸ਼ਵਾਸ ਪਾਤਰ ਨਹੀਂ ਰਹਿੰਦਾ। ਭਾਈ ਨੈਣਾ ਜੀ ਕਿਸੇ ਦੂਸਰੇ ਦੇਵੀ ਦੀ ਪੂਜਾ ਕਰਦੇ ਸਨ ਨਾ, ਜਦੋਂ ਦੇਵੀ ਨੂੰ ਕੇਸਾਂ ਨਾਲ ਝਾੜੂ ਮਾਰਦਿਆਂ ਗੁਰੂ ਨਾਨਕ ਸਾਹਿਬ ਦੇ ਘਰੇ ਤੱਕਿਆ, ਤੇ ਫਿਰ ਭਾਈ ਨੈਣੇ ਨੇ ਬੋਲ ਕੇ ਵੀ ਤੇਰੀ ਸੇਵਾ ਕਰਨ ਦੀ ਤੇ ਮੈਨੂੰ ਜ਼ਰੂਰਤ ਨਹੀਂ, ਜੇ ਤੂੰ ਇੱਥੇ ਕੇਸਾਂ ਨਾਲ ਝਾੜੂ ਮਾਰ ਕੇ ਕੁਝ ਪ੍ਰਾਪਤ ਕਰਦੀ ਉਹ ਸਾਨੂੰ ਦੇਣੀ ਹੈ, ਫਿਰ ਜਿੱਥੇ ਤੂੰ ਕੇਸਾਂ ਨਾਲ ਝਾੜੂ ਮਾਰਦੀ ਅਸੀਂ ਤੇ ਉਹਨੂੰ ਉਸੇ ਘਰ ਨਾਲ ਹੀ ਜੁੜ ਗਏ, ਹੁਣ ਤੇਰੀ ਸੇਵਾ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਤੇਰੀ ਪੂਜਾ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਗੰਗਾ ਤੇ 21 ਵਾਰੀ ਗਏ, ਕਹਿੰਦੇ ਜੀ ਕੁਝ ਨਹੀਂ ਪ੍ਰਾਪਤੀ ਹੋਈ। ਫਿਰ ਉਹਨਾਂ ਨੇ ਕੀ ਕੀਤਾ, ਫਿਰ ਇੱਕ ਨਾਲ ਜੁੜ ਗਏ ਗੁਰੂ ਅੰਗਦ ਸਾਹਿਬ ਨਾਲ, ਫਿਰ ਨਹੀਂ ਉਹ ਗੰਗਾ ਤੇ ਗਏ। ਹਾਂ ਜੇ ਗਏ ਤੇ ਮਹਾਰਾਜ ਉੱਥੋਂ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਗਏ, ਭਾਈ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ,
ਬੇਨਹਾਰ ਭਗਤ ਨਾ ਮੁਕਤ ਹੋਏ, ਇਹ ਕਹਿ ਰਮੇ ਕਬੀਰ, ਭਗਤੀ ਤੋਂ ਬਗੈਰ ਮਨੁੱਖ ਮੁਕਤ ਨਹੀਂ ਹੁੰਦਾ। ਜੇ ਹੁਣ ਮੈਂ ਆਖਾਂ ਨਾ ਵੀ ਮੈਂ ਗੁਰਦੁਆਰੇ ਬਹੁਤਾ ਰਹਿਣਾ ਤੇ ਮੈਂ ਮੁਕਤ ਹੋ ਜਾਵਾਂਗਾ, ਗੁਰਦੁਆਰੇ ਰਹਿਣ ਵਾਲੇ ਨੂੰ ਵੀ ਗੁਰੂ ਦੀ ਸਿੱਖਿਆ ਤੇ ਚੱਲਣਾ ਪੈਂਦਾ ਹੈ, ਬੰਦਗੀ ਕਰਨੀ ਪਏਗੀ, ਇੱਕ ਨਾਲ ਜੁੜਨਾ ਹੀ ਪਏਗਾ, ਇੱਕ ਤੇ ਵਿਸ਼ਵਾਸ। ਉਹ ਬਾਂਹ ਪਕੜੇਗਾ ਤੇ ਅਸੀਂ ਪਾਰ ਹੋਣਾ ਹੈ। ਭਵ ਸਾਗਰ ਚੋਂ ਅਸੀਂ ਆਪਣੇ ਤਰੀਕੇ ਨਾਲ ਨਹੀਂ ਪਾਰ ਹੋ ਸਕਦੇ। ਮਹਾਰਾਜ ਕਹਿੰਦੇ ਸਾਡੀ ਤੇ ਹਾਲ ਤੇ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬੋਲ ਨੇ, ਰਤਨ ਮਣੀ ਗਲ ਬਾਂਦਰ ਹੈ। ਕਹਿੰਦੇ ਬਾਂਦਰ ਦੇ ਗਲ 'ਚ ਨਾ ਉਹ ਮਣੀ ਪਾ ਦਿੱਤੀ। ਉਹ ਆਪ ਜੀ ਨੇ ਸੁਣਿਆ ਹੈਗਾ ਵੀ ਉਹ ਕਹਿੰਦੇ ਸੱਪ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਗਲ ਬਾਂਦਰੇ ਕਿ ਉਹ ਕੀਮ ਨਾ ਜਾਣੇ, ਕਹਿੰਦੇ ਉਹ ਮਣੀ ਹੀਰੇ ਬੰਨ੍ਹ ਦਿਓ ਬਾਂਦਰ ਦੇ ਗਲ ਨਾਲ, ਉਹ ਬਾਂਦਰ ਨੂੰ ਉਹਨਾਂ ਦੀ ਕੀਮਤ ਦਾ ਪਤਾ ਨਹੀਂ ਹੈ। ਉਹਨਾਂ ਦੇ ਟਪੂਸੀਆਂ ਮਾਰਦੇ ਨੇ, ਕਿਤੇ ਗਲ 'ਚੋਂ ਲਾ ਕੇ ਸੁੱਟ ਹੀ ਦੇਣੀ, ਕਿਉਂਕਿ ਜਿਹੜੀ ਉਹਦੇ ਗਲ 'ਚ ਪਾਈ ਉਹਨੂੰ ਪਤਾ ਨਹੀਂ ਹੈ। ਇਸ ਤਰ੍ਹਾਂ ਮਨਮੁਖ ਬੰਦੇ ਨੂੰ ਰੱਬ ਦੀ ਬੰਦਗੀ 'ਚ ਕੀ ਬਖਸ਼ਿਸ਼ ਵਰਤਦੀ ਉਹਨੂੰ ਬਿਲਕੁਲ ਪਤਾ ਨਹੀਂ ਹੈ। ਉਹਨੂੰ 1 2 4 ਦਿਨ ਖਿੱਚ ਕੇ ਲਿਆ ਕੇ ਸੰਗਤ 'ਚ ਬਿਠਾ ਦਿਓ, ਉਹ ਬੈਠੇਗਾ ਨਹੀਂ। ਜਿਵੇਂ ਬਾਂਦਰ ਆਪਣੇ ਗਲ 'ਚੋਂ ਮਣੀ ਲਾ ਕੇ ਸੁੱਟ ਦਿੰਦੇ, ਉਹਨੇ ਵੀ ਮਨਮੁਖ ਨੇ ਵੀ ਸੰਗਤ ਦਾ ਤਿਆਗ ਕਰ ਜਾਣਾ। ਕੜਛੀ ਸਾਓ ਨਾ ਸੰਭਲੇ ਭੋਜਨ ਰਸ ਖਾਣੇ, ਕਹਿੰਦੇ ਕੜਛੀ ਰਹਿੰਦੀ ਹੈ ਨਾ ਸਬਜ਼ੀ ਦੇ ਅੰਦਰ, ਕੜਛੀ ਸਬਜ਼ੀ ਦਾ ਰਸ ਨਹੀਂ ਬਣ ਸਕਦੀ ਹੈ। ਉਹਨੂੰ ਭਾਵੇਂ ਖੀਰ 'ਚ ਰੱਖ ਦਿਓ ਕੜਛੀ ਨੂੰ, ਉਹਨੂੰ ਕੜਾਹ ਪ੍ਰਸ਼ਾਦ 'ਤੇ ਰੱਖ ਦਿਓ, ਉਹਨੂੰ ਸਬਜ਼ੀ 'ਚ ਰੱਖ ਦਿਓ, ਉਹਨੂੰ ਦੁੱਧ 'ਚ ਜਿਹਦੇ 'ਚ ਮਰਜ਼ੀ ਰੱਖ ਦਿਓ, ਕੜਛੀ ਨੂੰ ਸਵਾਦ ਨਹੀਂ ਉਹ ਚੱਕ ਸਕਦੀ। ਸਾਡੀ ਵੀ ਹਾਲਤ ਇਹੀ ਹੈ, ਅਸੀਂ ਵੀ ਕੜਛੀ ਵਰਗੇ ਹੈ। ਰਹਿੰਦੇ ਤੇ ਹਾਂ ਵੀ ਰੱਬ ਹੈ ਸਾਰੇ ਪਾਸੇ, ਰੱਬ ਦੇ ਵਿੱਚ ਹੀ ਮੱਛੀ ਸਮੁੰਦਰ 'ਚ ਹੀ ਰਹਿੰਦੀ ਹੈ, ਅਸੀਂ ਰੱਬ 'ਚ ਹੀ ਹੈ, ਪਰ ਰੱਬ ਦਾ ਅਸੀਂ ਸਵਾਦ ਨਹੀਂ ਚੱਕ ਸਕਦੇ। ਕੜਛੀ ਵਰਗੀ ਸਾਡੀ ਹਾਲਤ ਹੈ, ਅਨੇਕਾਂ ਬਰਤਨਾਂ 'ਚ ਫਿਰਦੀ ਤੇ ਹੈ ਪਰ ਸਵਾਦ ਇਹਨੂੰ ਕੋਈ ਨਹੀਂ ਆਉਂਦਾ, ਚੱਖ ਨਹੀਂ ਨਾ ਸਕਦੀ। ਡੱਡੂ ਚਿੱਕੜ ਵਾਸ ਹੈ ਕਮਲੇ ਨਾ ਸਿਆਣੇ, ਡੱਡੂ ਦਾ ਜਿਵੇਂ ਚਿੱਕੜ 'ਚ ਹੀ ਵਾਸ ਰਹਿੰਦਾ, ਉਹਨੂੰ ਕਮਲ ਫੁੱਲ ਨਾਲ ਕੋਈ ਮਤਲਬ ਨਹੀਂ ਹੈ। ਡੱਡੂ ਚਿੱਕੜ 'ਚ ਖੁਸ਼ ਰਹਿੰਦਾ ਹੈ ਤੇ ਉੱਥੇ ਚਿੱਕੜ 'ਚ ਹੀ ਕਮਲ ਦਾ ਫੁੱਲ ਹੁੰਦਾ ਹੈ, ਫੁੱਲ ਨਾਲ ਉਹਨੂੰ ਕੋਈ ਮਤਲਬ ਨਹੀਂ ਹੈ, ਫੁੱਲ ਦੀ ਸੁਗੰਧੀ ਨਹੀਂ ਲੈਂਦਾ, ਚਿੱਕੜ 'ਚ ਖੁਸ਼ ਰਹੇਗਾ। ਨਾਭ ਕਥੂਰੀ ਮਿਰਗ ਦੇ, ਭਾਈ ਗੁਰਦਾਸ ਜੀ ਕਹਿੰਦੇ ਹੈ ਮਿਰਗ ਦੀ ਨਾਭੀ 'ਚ ਕਸਤੂਰੀ ਹੁੰਦੀ ਹੈ। ਦੇ ਫਿਰਦਾ ਹੈਰਾਨੇ, ਹੈਰਾਨ ਹੋਇਆ ਪਾਸੇ ਘੁੰਮਿਆ ਫਿਰਦਾ। ਹਰਨ ਨੂੰ ਨਾ ਮਰਨ ਲੱਗਿਆ ਪਤਾ ਲੱਗਦਾ ਹੈ ਵੀ ਮੇਰੀ ਨਾਭੀ 'ਚ ਕਸਤੂਰੀ ਸੀ, ਜਿਹਦੀ ਖੁਸ਼ਬੂ ਮੈਂ ਲੱਭਣ ਵਾਸਤੇ ਜੰਗਲ 'ਚ ਦੌੜਦਾ ਸਾਂ, ਮਰ ਵੀ ਜਾਂਦਾ ਕਈ ਵਾਰੀ, ਉਹ ਮੇਰੀ ਨਾਭੀ 'ਚ ਹੈ। ਜਦੋਂ ਮਰਨ ਲੱਗਦਾ ਇਹਦੀ ਧੌਣ ਮੁੜ ਕੇ ਨਾਭੀ ਕੋਲ ਜਾਂਦੀ, ਉਦੋਂ ਕਹਿੰਦਾ ਵੀ ਕਸਤੂਰੀ ਮਨੁੱਖ ਦੀ ਵੀ ਹਾਲਤ ਤੇ ਰੱਬ ਅੰਦਰ ਹੈ, ਲੱਭਦਾ ਭਾਲੂ ਬਾਹਰੋਂ ਹੈ। ਜਦੋਂ ਸਰੀਰ ਤਿਆਗਣ ਲੱਗਦਾ ਰੱਬ ਨੂੰ ਮਿਲਿਆ ਨਹੀਂ, ਇਹ ਪਛਤਾਵਾ ਫਿਰ ਪੱਲੇ ਰਹਿ ਜਾਂਦਾ, ਫਿਰ ਤੇ ਕੁਝ ਵੀ ਨਹੀਂ ਹੋਏਗਾ, ਫਿਰ ਤੇ ਕੁਝ ਵੀ ਨਹੀਂ ਹੋਏਗਾ। ਉਸ ਸਮੇਂ ਮਰਨ ਲੱਗਿਆ ਤੇ ਫਿਰ ਧਰਮ ਨਹੀਂ ਕਮਾਇਆ ਜਾਂਦਾ। ਆਪਣੀ ਧਰਮ ਕੀ ਆਸ ਕਰੇ, ਹੁਣ ਤੇ ਵੀ ਧਰਮ ਕਮਾਇਆ ਜਾਂਦਾ। ਮਹਾਰਾਜ ਕਹਿੰਦੇ ਗੁੱਜਰ ਗੋਰਸ ਵੇਚ ਕੇ, ਗੁੱਜਰ ਜਿਹੜੇ ਆ ਫਿਰਦੇ ਹੁੰਦੇ ਆ, ਉਹ ਕੀ ਵੇਚਦੇ, ਦੁੱਧ। ਖਲ ਸੂੜੀ ਆਣੇ, ਕਹਿੰਦੇ ਉਹ ਦੁੱਧ ਦੀ ਕੀ ਖਰੀਦਦੇ, ਖਲ ਤੇ ਸੂੜੀ, ਉਹ ਪਸ਼ੂਆਂ ਨੂੰ ਪਾਉਂਦੇ ਆ ਨਾ, ਕਹਿੰਦੇ ਦੁੱਧ ਵੇਚ ਕੇ ਤੇ ਖਲ ਸੂੜੀ ਦਾ ਵਪਾਰ ਕਰਦੇ। ਬੇਮੁਖ ਮੂਲੋਂ ਪੁੱਥਿਆ ਦੁੱਖ ਸਹੇ ਜਮਾਨੇ, ਕਹਿੰਦੇ ਬੇਮੁਖ ਮੂਲ ਨਾਲੋਂ ਟੁੱਟ ਗਿਆ ਤੇ ਫਿਰ ਜਮਾਨੇ ਦੇ ਦੁੱਖ ਸਹਿੰਦਾ। ਮੂਲ ਨਾਲੋਂ ਟੁੱਟ ਕੇ ਨਾ ਦਰਖਤ ਹੈ, ਉਹਦੀਆਂ ਟਾਹਣੀਆਂ ਹਰੀਆਂ ਭਰੀਆਂ, ਫਲ ਵੀ ਲੱਗੇ ਐ, ਟਾਹਣੀ ਨੂੰ ਤੋੜ ਦਿਓ ਦਰਖਤ ਨਾਲੋਂ, ਕਿੰਨਾ ਕੁ ਚਿਰ ਕੱਢੇਗੀ, ਪੱਤੇ ਸੁੱਕ ਜਾਂਦੇ, ਉਹ ਘਮਲਾ ਜਾਂਦੀ ਹੈ, ਫਲ ਵੀ ਖਰਾਬ ਹੋ ਜਾਂਦੇ ਆ, ਜਿਹੜੇ ਟੁੱਟੀ ਟਾਹਣੀ ਨਾਲ ਲੱਗੇ ਰਹਿ ਜਾਂਦੇ ਆ। ਤੇ ਮਹਾਰਾਜ ਕਹਿੰਦੇ ਮਨਮੁਖ ਦੀ ਵੀ ਇਹੀ ਹਾਲਤ ਹੈ, ਵਿਖਾਵਾ ਜੁੜਨ ਦਾ ਕਰਦਾ, ਜੁੜਦਾ ਕੋਈ ਨਹੀਂ ਹੈ। ਇੱਥੇ ਵੀ ਆ ਗਿਆ, ਮੱਥਾ ਟੇਕ ਗਿਆ, 4 ਥਾਵਾਂ ਤੇ ਹੋਰ ਵੀ ਮਹਾਰਾਜ ਕਹਿੰਦੇ ਹੈ ਫਿਰ ਗੱਲ ਨਹੀਂ ਬਣਨੀ ਭਾਈ, ਉਹ ਪਰਮਾਤਮਾ ਦੀ ਪ੍ਰਾਪਤੀ ਤੈਨੂੰ ਹੋਣ ਵਾਲੀ ਨਹੀਂ ਹੈ। ਮਨਮੁਖ ਸੇਵਾ ਜੋ ਕਰੇ, ਮਨਮੁਖ ਜਿੰਨੀ ਵੀ ਸੇਵਾ ਕਰਦਾ ਹੈ, ਜੋ ਕਰੇ ਦਰ ਤੇ ਜਿੰਨੀ ਵੇਖਣ ਨੂੰ ਕਈਆਂ ਨੂੰ ਲੱਗਦਾ ਵੀ ਬਹੁਤ ਸੇਵਾ ਕਰਦਾ ਹੈ। ਮਹਾਰਾਜ ਕਹਿੰਦੇ ਜੋ ਕਰੇ ਜਿੰਨੀ ਵੀ ਸੇਵਾ ਕਰੇ, ਦੂਜੇ ਭਾਏ ਚਿੱਤ ਲਾਏ, ਕਹਿੰਦੇ ਦੂਜੇ ਭਾਏ ਚਿੱਤ ਲਾ ਕੇ ਕਰਦਾ ਹੈ। ਇੱਕ ਤੇ ਉਹਦਾ ਵਿਸ਼ਵਾਸ ਨਹੀਂ, ਜਿੱਥੇ ਸੇਵਾ ਕਰਦਾ ਉਹਦੇ ਤੇ ਵਿਸ਼ਵਾਸ ਨਹੀਂ ਹੈ। ਮੰਨ ਲਓ ਕੋਈ ਗੁਰਦੁਆਰੇ ਵੀ ਆਉਂਦਾ, ਕੋਈ ਮੰਦਿਰ ਵੀ ਚਲਾ ਜਾਂਦਾ ਹੈ, ਹੋਰ ਕਿਸੇ ਥਾਂ ਤੇ ਵੀ ਚਲਾ ਜਾਂਦਾ ਹੈ, ਇਹਦਾ ਮਤਲਬ ਉਹਦਾ ਵਿਸ਼ਵਾਸ ਨਹੀਂ ਹੈ, ਉਹਦਾ ਗੁਰੂ ਤੇ ਵੀ ਵਿਸ਼ਵਾਸ ਨਹੀਂ ਇੱਥੋਂ ਮਿਲੇਗਾ, ਉਹਦਾ ਮੰਦਿਰ 'ਚ ਵੀ ਵਿਸ਼ਵਾਸ ਨਹੀਂ ਹੈ, ਉਹ ਤੀਸਰੀ ਥਾਂ ਤੇ ਵੀ ਜਾਏਗਾ। ਪਰ ਕਹਿੰਦੇ ਜਿੰਨੀ ਵੀ ਸੇਵਾ ਕਰਦੇ ਹੋ ਭਟਕਣਾ ਦੇ ਅੰਦਰ ਹੈ, ਤੇ ਤ੍ਰਿਪਤ ਵਿਸ਼ਵਾਸ ਵਾਲਿਆਂ ਨੇ ਹੋਣਾ ਹੈ।
ਕਿਸੇ ਨੇ ਤੇ ਪੱਥਰ ਤੇ ਵਿਸ਼ਵਾਸ ਕੀਤਾ, ਉਹ ਪੱਥਰ ਚੋਂ ਵੀ ਉਹਨੂੰ, ਉਹ ਧੰਨੇ ਨੂੰ ਪੱਥਰ ਚੋਂ ਪ੍ਰਮਾਤਮਾ ਮਿਲੇ। ਗੱਲ ਤੇ ਵਿਸ਼ਵਾਸ ਦੀ ਔਰ ਪੱਥਰ 'ਚ ਪ੍ਰਮਾਤਮਾ ਥੋੜੀ ਹੈ, ਗੱਲ ਤੇ ਵਿਸ਼ਵਾਸ ਦੀ ਹੈ ਵੀ ਉਹਦੇ ਵਿਸ਼ਵਾਸ 'ਚੋਂ ਹੀ ਰੱਬ ਪੈਦਾ ਹੋਇਆ ਹੈ। ਜੇ ਵਿਸ਼ਵਾਸ ਕਰਾਂਗੇ ਫਿਰ ਪ੍ਰਮਾਤਮਾ ਹੈ। ਜਿਹੜੇ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਉਹ ਅੱਜ ਪ੍ਰਮਾਤਮਾ ਤੋਂ ਵੀ ਬੇਮੁਖ ਹੈ, ਕਹਿੰਦੇ ਪ੍ਰਮਾਤਮਾ ਹੈ ਹੀ ਨਹੀਂ ਹੈ। ਉਹ ਦੂਜੇ ਭਾਏ ਚਿੱਤ ਲਾ ਕੇ ਸੇਵਾ ਕਰਦੇ। ਤੇ ਸਫਲ ਸੇਵਾ ਕਿਹਨਾਂ ਦੀ ਹੈ? ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜਿਹੜਾ ਚਿੱਤ ਕਿਹਦੇ ਨਾਲ, ਜਿਹਦੀ ਸੇਵਾ ਕਰਦਾ ਉਹਦੇ ਨਾਲ ਚਿੱਤ ਲਾ ਕੇ, ਤੇ ਫਿਰ ਕੀ ਮਿਲੇਗਾ? ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮਨ ਚਿੰਦਿਆ ਫਲ ਤੇ ਹਉਮੈ ਵਿੱਚੋਂ ਚਲੀ ਜਾਂਦੀ ਹੈ ਜੇ ਚਿੱਤ ਲਾ ਕੇ ਸੇਵਾ ਕਰਾਂਗੇ। ਕੱਲ ਮਹਾਰਾਜ ਨੇ ਕਿਹਾ ਸੀ, ਸਤਿਗੁਰ ਕੀ ਸੇਵਾ ਲੱਗਿਆ ਭੋਜਲ ਤਰੈ ਸੰਸਾਰ। ਹੈ ਮਹਾ ਕਰੜੀ ਸੁਖ ਸਾਧ ਹੈ ਕਰੜੀ ਹੈ। ਇੱਕ ਨਾਲ ਜੁੜੇ ਰਹਿਣਾ ਵੀ ਬੜਾ ਔਖਾ ਹੈ। ਚਲੋ ਇਹ ਵੀ ਨਹੀਂ ਹੈ ਵੀ ਆਪਾਂ ਕਿਤੇ ਜਾਣਾ ਨਹੀਂ। ਮੰਨ ਲਓ ਹੁਣ ਗੁਰਦੁਆਰੇ ਬੈਠੇ ਹੈ, ਤੇ ਜੇ ਹੁਣ ਮੇਰੀ ਵੀ ਕਿਸੇ ਪੰਡਤ ਜੀ ਨਾਲ ਮਿੱਤਰਤਾ ਹੋ ਸਕਦੀ ਹੈ, ਮੈਨੂੰ ਮੰਦਿਰ 'ਚ ਜਾਣਾ ਪੈ ਸਕਦਾ ਹੈ। ਉਹ ਮੰਦਿਰ ਵਾਲੇ ਵੀ ਗੁਰਦੁਆਰੇ ਆਉਂਦੇ ਆ, ਪਰ ਵਿਸ਼ਵਾਸ ਇੱਕ ਤੇ ਹੋਣਾ ਚਾਹੀਦਾ। ਉਹ ਵੱਖਰੀ ਗੱਲ ਹੈ ਵੀ ਅਸੀਂ ਵਿਚਰਦੇ ਹਾਂ, ਸਤਿਕਾਰ ਸਾਰਿਆਂ ਦਾ ਕਰਨਾ। ਵਿਸ਼ਵਾਸ ਇੱਕ ਤੇ, ਜੇ ਉੱਧਰ ਜੁੜੇ ਉੱਧਰ ਹੀ ਜੁੜਨਾ ਚਾਹੀਦਾ, ਇੱਧਰ ਜੁੜੇ ਇੱਧਰ ਹੀ ਜੁੜਨਾ ਚਾਹੀਦਾ। ਮਹਾਰਾਜ ਹੁਣ ਗੁਰੂ ਨਾਨਕ ਸਾਹਿਬ ਜੀ ਕਿੰਨੇ ਹਿੰਦੂ ਤੀਰਥਾਂ ਤੇ ਗਏ, ਉਹਨਾਂ ਨੇ ਇਸਲਾਮ ਦੇ ਸਾਰੇ ਮੱਕੇ ਸਾਰਾ ਮਹਾਰਾਜ ਘੁੰਮੇ ਹੈ। ਵਿਸ਼ਵਾਸ ਉਹਨਾਂ ਦਾ ਰੱਬ ਤੇ ਸੀ। ਉਹ ਦ੍ਰਿੜ ਕਰਵਾਉਂਦੇ, ਉਹ ਕਹਿੰਦੇ ਇੱਥੇ ਰਹਿਣ ਵਾਲਿਓ ਇਹਦੇ ਨਾਲ ਹੀ ਜੁੜਿਓ, ਜੇ ਹੋਰ ਥਾਂ ਤੇ ਗਏ ਉੱਥੇ ਬੈਠਣ ਵਾਲਿਓ ਇੱਥੇ ਹੀ ਜੁੜਿਓ। ਮਹਾਰਾਜ ਨੇ ਇਹੀ ਗੱਲ ਕਹੀ ਹੈ, ਤੁਮ ਕੋ ਤੁਮਾਰਾ ਖੂਬ। ਉਹਨਾਂ ਨੇ ਪੁੱਛਿਆ ਜੀ ਧਰਮ ਕਿਹੜਾ ਚੰਗਾ ਹੈ? ਹਿੰਦੂ ਮੁਸਲਮਾਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਹਾਰਾਜ ਨੇ ਬਚਨ ਕਹੇ ਸੀ, ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। ਤੁਹਾਡੇ ਵਾਸਤੇ ਤੁਹਾਡਾ ਚੰਗਾ, ਸਾਡੇ ਵਾਸਤੇ ਸਾਡਾ ਚੰਗਾ ਹੈ। ਮਹਾਰਾਜ ਨੇ ਕਦੇ ਵੀ ਨਹੀਂ ਕਿਹਾ ਵੀ ਇੱਧਰ ਆਓਗੇ ਤੇ ਰੱਬ ਮਿਲਣਾ ਹੈ। ਮਹਾਰਾਜ ਕਹਿੰਦੇ ਜਿਹਦੇ ਨਾਲ ਜੁੜਿਓ ਅੰਦਰੋਂ ਜੁੜਿਓ ਤਾਂ ਤੁਹਾਨੂੰ ਪ੍ਰਾਪਤੀ ਹੋਣੀ ਹੈ, ਨਹੀਂ ਤੇ ਨਹੀਂ ਹੋਣੀ ਹੈ। ਮਹਾਰਾਜ ਅਗਲੇ ਬਚਨਾਂ 'ਚ ਕਹਿੰਦੇ, ਪੁੱਤ ਕਲੱਤ ਕੁਟੰਬ ਹੈ ਮਾਇਆ ਮੋਹ ਵਧਾਏ। ਜਿਹੜਾ ਮਨੁੱਖ ਹੈ ਨਾ ਉਹਦਾ ਚਿੱਤ ਨਹੀਂ ਲੱਗਦਾ, ਮਨਮੁਖ ਭਟਕਦਾ ਹੈ, ਕਿਉਂਕਿ ਪਰਿਵਾਰ ਦੀਆਂ ਜ਼ਰੂਰਤ ਹੈ। ਸ਼ਾਇਦ ਇੱਥੋਂ ਆਹ ਮਿਲ ਜੇ, ਇੱਥੋਂ ਮਿਲ ਜੇ, ਇੱਥੋਂ ਮਿਲ ਜੇ, ਉਹ ਫਿਰ ਇੱਧਰ ਉੱਧਰ ਤੀਸਰੇ ਚੌਥੇ ਪੰਜਵੇਂ ਸੱਤਵੇਂ 10ਵੇਂ ਥਾਂ ਤੇ ਵੀ ਪਹੁੰਚ ਜਾਂਦਾ ਹੈ। ਕਿਸੇ ਨੇ ਦੱਸਿਆ ਇੱਥੇ ਚਲੇ ਜਾਓ, ਉੱਧਰ ਵੀ ਚਲਾ ਜਾਂਦਾ ਹੈ। ਉੱਥੋਂ ਨਹੀਂ ਮਿਲਿਆ, ਕਹਿੰਦਾ ਜੀ ਇੱਧਰ ਇੱਕ ਜਗ੍ਹਾ ਹੈਗੀ ਉੱਥੇ ਚਲਾ ਜਾਂਦੇ। ਮਨਮੁਖ ਭਟਕਦਾ ਰਹਿੰਦਾ ਇਸ ਤਰ੍ਹਾਂ ਹੀ। ਜਿਹਦਾ ਇੱਕ ਤੇ ਵਿਸ਼ਵਾਸ, ਇੱਕ ਤੇ ਆਸ ਰੱਖਦਾ, ਜੇ ਨਹੀਂ ਵੀ ਮਿਲਦਾ ਤਾਂ ਵੀ ਤ੍ਰਿਪਤ ਰਹਿੰਦਾ। ਦਾਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਬੇਬੇ ਨਾਨਕੀ ਹੈ, ਗੁਰੂ ਨਾਨਕ ਸਾਹਿਬ ਨੂੰ ਰੱਬ ਕਰਕੇ ਪੁੱਜਦੇ, ਔਲਾਦ ਕੋਈ ਨਹੀਂ ਸੀ, ਇੱਕ ਤੇ ਵਿਸ਼ਵਾਸ ਸੀ, ਜੇ ਮਿਲ ਗਿਆ ਠੀਕ ਹੈ, ਨਹੀਂ ਤੇ ਜੇ ਇੱਥੋਂ ਨਹੀਂ ਮਿਲਿਆ ਫਿਰ ਕਿਤੇੋਂ ਵੀ ਨਹੀਂ ਮਿਲਣਾ। ਬੇਬੇ ਨਾਨਕੀ ਨੂੰ ਇਸ ਗੱਲ ਦਾ ਪਤਾ ਸੀ, ਜਿਹਨੂੰ ਬਾਬੇ ਨਾਨਕ ਦੇ ਘਰੋਂ ਨਹੀਂ ਮਿਲਿਆ ਉਹ ਜਿੱਥੇ ਮਰਜ਼ੀ ਭਟਕ ਲੈ, ਕਿਤੇੋਂ ਵੀ ਕੁਝ ਨਹੀਂ ਮਿਲਣਾ। ਔਰ ਉਹ ਜੁੜੇ ਇੱਕ ਨਾਲ ਰਹੇ। ਤੇ ਹੁਣ ਜਿਹਦੇ ਘਰੇ ਉਹ ਔਲਾਦ ਨਹੀਂ ਹੈਗੀ, ਗੁਰਮੁਖ ਪਾਰੂ ਕਈ ਵਾਰੀ ਮਜਬੂਰ ਹੋਏ ਇੱਧਰ ਉੱਧਰ, ਸ਼ਾਇਦ ਇੱਧਰੋਂ ਮਿਲ ਜੇ ਇੱਧਰੋਂ ਮਿਲ ਜਾਓ, ਫਿਰ ਜਾਂਦਾ ਹੈ। ਜੇ ਇੱਕ ਤੇ ਵਿਸ਼ਵਾਸ ਰੱਖੇ, ਜੇ ਹੈ ਤੇ ਇੱਕ ਤੋਂ ਹੀ ਮਿਲਣਾ ਹੈ। ਜੇ ਬਾਬੇ ਆਦਮ ਨੇ ਬਠਿੰਡੇ ਤੋਂ ਆਏ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਰੱਖਿਆ, ਸੇਵਾ ਕੀਤੀ, ਤੇ ਮਹਾਰਾਜ ਦੇਣ ਲੱਗੇ, ਕਹਿਣ ਲੱਗੇ ਭਾਈ ਤੇਰੇ ਘਰੇ ਹੈ ਤੇ ਨਹੀਂ ਸੀ, ਤੇਰਾ ਵਿਸ਼ਵਾਸ ਬੜਾ ਗੁਰੂ ਨਾਨਕ ਸਾਹਿਬ ਦੇ ਘਰ ਤੇ, ਤੂੰ ਸੇਵਾ ਇਸ ਦਰ ਘਰ ਦੀ ਕੀਤੀ ਹੈ, ਇਸ ਦਰ ਘਰ ਨੂੰ ਛੱਡ ਕੇ ਕਿਤੇ ਆਪਣਾ ਸਿਰ ਨਹੀਂ ਝੁਕਾਇਆ। ਲੈ ਵੀ ਸਾਡੇ ਘਰੇ ਗੁਰੂ ਰਾਮਦਾਸ ਜੀ ਕਹਿੰਦੇ 4 ਪੁੱਤਰ ਪੈਦਾ ਹੋਣੇ ਸਨ, 3 ਦਾ ਜਨਮ ਹੋ ਚੁੱਕੇ, ਜਿਹੜੇ ਚੌਥੇ ਪੁੱਤਰ ਨੇ ਸਾਡੇ ਘਰੇ ਆਉਣਾ ਸੀ, ਹੁਣ ਸਾਡੇ ਘਰੇ ਨਹੀਂ ਆਏਗਾ, ਹੁਣ ਤੁਹਾਡੇ ਘਰੇ ਆਏਗਾ। ਜੇ ਵਿਸ਼ਵਾਸ ਹੈ, ਜੇ ਵਿਸ਼ਵਾਸ ਨਾ ਹੁੰਦਾ ਤੇ ਬਾਬੇ ਤੇ ਫਿਰ ਵਿਸ਼ਵਾਸ ਨਾਲ ਗੁਰੂ ਸਾਹਿਬ ਨੇ ਕਿਹਾ ਵੀ ਮਿਲਣਾ ਸੀ। ਮਹਾਰਾਜ ਕਹਿੰਦੇ ਨਾਮ ਭਾਈ ਭਗਤੂ ਰੱਖੀ। ਜੇ ਬਾਬੇ ਆਦਮ ਨੇ ਵਿਸ਼ਵਾਸ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਵੀ ਫਿਰ ਬੜੀ ਬਖਸ਼ਿਸ਼ ਵਰਤਾਈ ਹੈ। ਜਨਮ ਤੋਂ ਪਹਿਲਾਂ ਨਾਮ ਵੀ ਰੱਖਿਆ ਗੁਰੂ ਰਾਮਦਾਸ ਮਹਾਰਾਜ ਨੇ, ਤੇ ਫਿਰ ਉਹਦੀ ਅੰਤਮੰਚ ਨੇ ਸੇਵਾ ਵੀ ਬੜੀ ਕੀਤੀ ਹੈ। ਮਹਾਰਾਜ ਕਹਿੰਦੇ ਪੁੱਤ ਕਲੱਤ ਕੁਟੰਬ ਹੈ। ਪੁੱਤਰ ਕਲੱਤ ਘਰ ਵਾਲੀ ਨੂੰ ਕਹਿੰਦੇ ਆ, ਕੁਟੰਬ ਪਰਿਵਾਰ ਨੂੰ ਕਹਿੰਦੇ ਆ। ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿਹਾ ਨਾ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਮਹਾਰਾਜ ਕਹਿੰਦੇ ਪਰਿਵਾਰ ਜਿਹੜਾ ਵੇਖਦਾ ਇਹਨਾਂ ਨੇ ਤੇਰੇ ਨਾਲ ਕੋਈ ਨਹੀਂ ਜਾਣਾ। ਅਨੇਕਾਂ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਦੇ ਆ, ਪਰ ਇਹਨਾਂ ਦੇ ਹੁਣ ਮੋਹ 'ਚ ਅਸੀਂ ਫਸੇ ਹੋਏ ਆ।
ਸਾਡਾ ਕਿਸੇ ਨਾਲ ਧੋਖਾ ਕਰਨ ਦਾ, ਬੇਈਮਾਨੀ ਕਰਨ ਦਾ, ਠੱਗੀ ਮਾਰਨ ਦਾ ਕਾਰਨ ਹੀ ਸਾਡੇ ਪਰਿਵਾਰ ਹੈ। ਬੰਦੇ ਨੂੰ ਤੇ ਪ੍ਰਸ਼ਾਦਾ ਮਿਲਦਾ ਹੀ ਹੈ। ਉਹ ਆਪਣੇ ਬੱਚਿਆਂ ਨੂੰ ਚੰਗੀ ਸਹੂਲਤ, ਫਿਰ ਲੋਕਾਂ ਨੂੰ ਠੱਗਦਾ, ਲੁੱਟਦਾ, ਉਹ ਵਾਹ ਕੁਝ ਕਰਦਾ, ਆਹ ਕੁਝ ਕਰਦਾ ਵੀ ਮੇਰੇ ਚਾਰ। ਉਹ ਇਸੇ ਕਰਕੇ ਕਰਦੇ ਅਸੀਂ ਮਾਇਆ। ਮਹਾਰਾਜ ਕਹਿੰਦੇ ਇਹ ਮਾਇਆ ਦਾ ਮੋਹ ਹੈ ਸਾਰਾ। ਮਹਾਰਾਜ ਨੇ ਬਚਨ ਕਹੇ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿੰਗਾਰ। ਮਹਾਰਾਜ ਕਹਿੰਦੇ ਧੀਆ ਪੁੱਤਰਾਂ ਨੂੰ ਵੇਖ ਕੇ ਕੀ ਮਸਤ ਹੋਇਆ ਬੰਦੇ ਇਹਨਾਂ ਦੇ ਅੰਦਰ। ਇੱਥੇ ਮਹਾਰਾਜ ਨੇ ਕਹਿੰਦਾ ਪੁੱਤ ਕਲਾਤ ਕੋ ਟੰਬ ਹੈ ਮਾਇਆ ਕੋ ਵਧਾਏ ਰਸ ਭੋਗੈ ਖੁਸ਼ੀਆਂ ਕਰੇ। ਤੂੰ ਪਰਿਵਾਰ 'ਚ ਰਹਿੰਦਾ, ਰਸ ਭੋਗਦਾ, ਖੁਸ਼ੀਆਂ ਕਰਦਾ, ਮਾਣੇ ਰੰਗ ਅਪਾਰ। ਤੂੰ ਰੰਗ ਵੀ ਮਾਣਦਾ। ਅਸੀਂ ਸਾਰੇ ਜਾਂਦੇ ਹਾਂ 4 ਰੁਪਈਏ ਵਿਚਾਰਾ ਗਰੀਬ ਵੀ ਲਿਆਉਂਦਾ ਨਾ ਕਮਾ ਕੇ, ਤੇ ਉਹ 100 ਰੁਪਈਏ ਦਾ ਵਿੱਚੋਂ ਕੁਝ ਖਰੀਦਦਾ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਥੋੜ੍ਹੀ ਥੋੜ੍ਹੀ ਚੀਜ਼ ਦੇ ਕੇ ਵੀ ਬੜਾ ਖੁਸ਼ ਹੁੰਦਾ ਹੈ। ਕਹਿੰਦਾ ਬੱਚੋ ਤੁਹਾਡੇ ਵਾਸਤੇ ਗਿਆ ਸੀ। ਉਹਨੂੰ ਬਾਪ ਨੂੰ ਬੜੀ ਖੁਸ਼ੀ। ਮਹਾਰਾਜ ਕਹਿੰਦੇ ਇੱਕ ਤਰ੍ਹਾਂ ਨਾਲ ਸੀ ਚਲੋ ਜਿਹੜਾ ਧਰਮ ਦੀ ਕਿਰਤ ਕਰਦਾ ਉਹ ਤੇ ਚੰਗਾ ਹੈ, ਉਹ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਕਮਾ ਰਿਹਾ ਹੈ ਵੀ ਇਹ ਗ੍ਰਸਤ ਵੀ ਪਾਲਣਾ ਜਿਹੜਾ ਧਰਮ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਗਲ ਧਰਮ ਮੈਂ ਗ੍ਰਸਤ ਪ੍ਰਧਾਨ। ਗੁਰਮੁਖੋ ਗੁਰੂ ਨਾਨਕ ਸਾਹਿਬ ਦੀਆਂ ਨਜ਼ਰਾਂ 'ਚ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਜਿਹੜੀ ਪ੍ਰਤਪਾਲਨਾ ਧਰਮ ਦੀ ਕਿਰਤ ਨਾਲ ਕਰਦਾ ਉਹਦੇ ਵਰਗਾ ਸੰਤ ਹੀ ਕੋਈ ਨਹੀਂ ਹੈ। ਉਹ ਧਰਮ ਦੀ ਕਿਰਤ ਕਰਦੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਧਰਮ ਦੀ ਕਿਰਤ ਕਰਕੇ ਪ੍ਰਸ਼ਾਦਾ ਛਕਾਉਂਦਾ, ਨਾਲ ਰੱਬ ਦਾ ਨਾਮ ਜਪਦਾ, ਜਿਹਨੇ ਅੰਮ੍ਰਿਤ ਛਕਿਆ, 4-5 ਜੀ ਨੇ ਧਰਮ ਦੀ ਕਿਰਤ ਕਰਕੇ, ਮਹਾਰਾਜ ਕਹਿੰਦੇ ਉਹ ਸੰਤ, ਉਹਦੇ ਵਰਗਾ ਸੰਤ, ਉਹਦੇ ਵਰਗਾ ਭਗਤ, ਉਹਦੇ ਵਰਗਾ ਸਾਧ ਹੀ ਸੰਸਾਰ 'ਚ ਕੋਈ ਨਹੀਂ ਹੈ ਜਿਹੜਾ ਆਪਣੀ ਹੱਕ ਦੀ ਕਮਾਈ ਖਾਣ ਵਾਲਾ। ਤੇ ਮਹਾਰਾਜ ਕਹਿੰਦੇ ਬਹੁਤ ਕਰੇ ਫਰਮਾਇਸ਼ੀ। ਬਹੁਤੇ ਜਿਹੜੇ ਉਹ ਦੂਸਰਿਆਂ ਦੀ ਗੱਲ ਹੈ ਵੀ ਜਿਹੜੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿ ਆਣ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਬਹੁਤ ਕਰੇ ਫਰਮਾਇਸ਼ੀ ਵਰਤੇ ਹੋਏ ਅਪਾਦ। ਕਹਿੰਦੇ ਫਰਮਾਇਸ਼ ਵੀ ਕਰਦਾ ਫਿਰ ਤੂੰ, ਹੁਕਮ ਵੀ ਚਲਾਉਣਾ ਤੇ ਆਫਰ ਕੇ ਵਰਤਦਾ ਦੂਸਰਿਆਂ ਨਾਲ। ਜਿਹਦੇ ਕੋਲ 4 ਰੁਪਈਏ ਨਾ ਉਹ ਕਿਸੇ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਤੇ ਖੁਸ਼ੀ ਗਮੀ ਤੇ ਜਾਏ, ਉਹ ਆਫਰ ਕੇ ਜਾਂਦਾ, ਉਹ ਹੋਰ ਤਰ੍ਹਾਂ ਨਾਲ ਤੁਰਦਾ ਵੀ ਲੋਕ ਕਹਿਣ ਵੀ ਅਮੀਰ ਬੰਦਾ ਇਹਨਾਂ ਦੇ ਘਰੇ ਆਇਆ, ਤੁਹਾਨੂੰ ਇਹੋ ਜਿਹਾ ਕੁਝ ਮਿਲੇਗਾ। ਉਹ ਦੂਸਰਿਆਂ ਬੈਠਿਆਂ 'ਚ ਨਾ ਆਪਣੀ ਹੈਂਕੜ ਦਿਖਾਏਗਾ ਵੀ ਮੇਰੇ ਕੋਲ ਕੁਝ ਹੈ। ਮਹਾਰਾਜ ਕਹਿੰਦੇ ਕਰਤਾ ਚੇਤਨਾ ਆਵਈ ਮਨਮੁਖ ਅੰਧ ਗਵਾਰ। ਮਨਮੁਖ ਅੰਧੇ ਨੂੰ ਕਰਤਾ ਚੇਤਨੇ ਆਉਂਦਾ ਵੀ ਫਰਮਾਇਸ਼ਾਂ ਕਰਦਾ, ਆਕੜ ਆਕੜ ਕੇ ਤੁਰਦਾ। ਮਹਾਰਾਜ ਕਹਿੰਦੇ ਅਖੀਰ ਨੂੰ ਫਿਰ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ। ਲੋਕਾਂ ਦੀਆਂ ਬਦ ਦੁਆਵਾਂ ਲੈਂਦਾ, ਮਾਇਆ ਇਕੱਤਰ ਕਰਦਾ, ਪਰਿਵਾਰ ਨੂੰ, ਧੀਆਂ ਪੁੱਤਰਾਂ, ਘਰ ਵਾਲੀ ਨੂੰ ਸਹੂਲਤਾਂ ਦੇਣ 'ਚ ਲੱਗਾ। ਮਹਾਰਾਜ ਕਹਿੰਦੇ ਰੱਬ ਦੇ ਘਰ ਤੇਰੀ ਪ੍ਰਵਾਨਗੀ ਹੋਣ ਵਾਲੀ ਨਹੀਂ ਹੈ। ਪਰਿਵਾਰ ਨੂੰ ਤੂੰ ਬਹੁਤ ਕੁਝ ਜੋੜ ਕੇ ਦੇ ਸਕਦਾ ਹੈ, 4 ਕਿੱਲੇ ਜ਼ਮੀਨ ਬਣਾ ਕੇ ਦੇ ਸਕਦਾ ਹੈ, ਬੱਚਿਆਂ ਨੂੰ ਚੰਗੀਆਂ ਸਹੂਲਤਾਂ ਦੇ ਸਕਦਾ ਹੈ, ਪਰ ਸੱਚ ਜਾਣੀ ਇਹ ਪਰਿਵਾਰ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਇਸ ਸੰਸਾਰ ਦੇ ਅੰਦਰ ਆਪਣਾ ਕੋਈ ਨਹੀਂ ਜੇ। ਉਹ ਸਿੱਧੇ ਜਿਹੇ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਬਹੁਤ ਵਾਰੀ ਆਪਾਂ ਨੇ ਸਰਵਣ ਕੀਤੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਧਾਰਾ ਕਿਆ ਮੀਤ ਮੇਰੂ ਮੇਰੂ ਸਭੈ ਕਹਿਤ ਹੈ ਹੇਤ ਸਿਉ ਬਾਂਧਿਓ ਚੀਤ ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ। ਮਹਾਰਾਜ ਕਹਿੰਦੇ ਅੰਤ ਕਾਲ ਨੂੰ ਸੰਗੀ ਕੋਈ ਨਹੀਂ। ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ। ਕਹਿੰਦੇ ਸਾਰਾ ਸੰਸਾਰ ਤੇ ਆਪਣੇ ਸੁੱਖਾਂ ਵਾਸਤੇ ਲੱਗਿਆ। ਦੁੱਖ ਮੈਂ ਸੰਗ ਨਾ ਹੋਈ। ਕਹਿੰਦੇ ਦੁੱਖ ਦੇ ਸਮੇਂ ਕੋਈ ਕਿਸੇ ਦੇ ਸੰਗ ਨਹੀਂ ਹੁੰਦਾ। ਦਾਰਾ ਮੀਤ ਪੂਤ ਸਣਬੰਦੀ ਸਗਰੇ ਧਨ ਸਿਓ ਲਾਗੇ। ਭਾਵੇਂ ਘਰ ਵਾਲੀ ਹੈ, ਧੀਆਂ ਪੁੱਤਰ ਨੇ, ਰਿਸ਼ਤੇਦਾਰ ਨੇ, ਤੇਰੇ ਧਨ ਕਰਕੇ ਤੇਰੇ ਨਾਲ ਜੁੜੇ ਹੋਏ ਨੇ। ਮਹਾਰਾਜ ਨੇ ਕਲੀਅਰ ਕਰ ਦਿੱਤਾ, ਘਰ ਵਾਲੀ ਹੈ, ਧੀਆਂ ਪੁੱਤਰ ਨੇ, ਰਿਸ਼ਤੇਦਾਰ ਨੇ, ਤੁਹਾਡੇ ਕੋਲ 4 ਰੁਪਈਏ ਹੈਗੇ ਤੇ ਤੁਹਾਡੇ ਨਾਲ ਵਰਤਣਗੇ। ਸਗਰੇ ਧਨ ਸਿਓ ਲਾਗੇ ਜਬ ਹੀ ਨਿਰ ਧਨ ਦੇਖਿਓ ਨਰ ਕੋ। ਜਦੋਂ ਇਹਨਾਂ ਨੇ ਵੇਖਿਆ ਨਾ ਵੀ ਇਹ ਤੇ ਹੁਣ ਕੰਗਾਲ ਹੋ ਗਿਆ, ਤੇ ਮਹਾਰਾਜ ਕਹਿੰਦੇ ਫਿਰ ਕੀ ਹੋਏਗਾ। ਸੰਗ ਛਾੜ ਸਭ ਭਾਗੇ। ਕਹਿੰਦੇ ਸਾਰੇ ਫਿਰ ਸੰਗ ਛੱਡ ਕੇ ਭੱਜ ਜਾਂਦੇ ਆ। ਜਦੋਂ ਵੇਖਿਆ ਨਾ ਹੁਣ ਇਹਦੇ ਕੋਲ ਬਚਿਆ ਕੁਝ ਨਹੀਂ। ਮਾਫ ਕਰਨਾ, ਬਹੁਤੀਆਂ ਬੀਬੀਆਂ ਉਹ ਆਪਣੇ ਪਤੀ ਦਾ ਸੰਗ ਛੱਡ ਦਿੰਦੀਆਂ ਉਦੋਂ ਕੰਗਾਲ ਹੋ ਜਾਂਦਾ ਹੈ। ਕਈ ਵਾਰੀ ਐਸਾ ਉਹ ਤਲਾਕ ਦੀ ਨੂੰ ਕਹਿੰਦੇ ਤਲਾਕ ਕਿਉਂ, ਕਹਿੰਦੇ ਇਹਦੇ ਕੋਲ ਹੈ ਹੀ ਕੁਝ ਨਹੀਂ, ਖਾਣਾ ਕੀ ਅਸੀਂ, ਇਹਦਾ ਪਿਆਰ ਨਹੀਂ ਨਾ ਇਹ, ਤੇ ਫਿਰ ਉਹ
दूसरा होगा भी खुवाएगा तो फिर असीं जाना है। चलो बहुते संसार ते बीबी रजनी वर्गियां भी आईयां, पिंगले दे लड़ एक राजे की धी नूं पिंगले नाल विआह दिता जाता है तो उन्होंने मंग के प्रशादा छकना पैंदा है। बीबियां इहो जिहियां भी हैगियां, वो संग नहीं छड्डदियां, वो मंग के भी छकना पैंदा है, वो फिर भी रब की रजा च राजी रहिंदियां। ते बहुते जिहड़े जिन्हां दा कच्चा प्यार वो कहंदे जी उहदे कोल हुण बचिया ही कुछ नहीं, असीं इत्थे ही करना। वो प्रेमी कोड़े की साखी बहुत वारी सरवण कीती। किसी समय बहुत अमीर शहजादा सी, वो नशा लग गया, उन्होंने वकारां च पै गया, परिवार छड्ड के चला गया। फिर आया सी गुरु साहिब के चरणों च संगत लैके आई, महाराज ने फिर उन्होंने एक प्रचारक की पदवी दे के नवाजिया, मथो मरारी की बख्शिश की, रिश्ता भी उन्होंने गुरु घरों दूसरा होया तो फिर वो संसार च विचरिया। कहने का भाव है जे सहूलतां ने तो लोग जुड़ते हैं, रिश्तेदार वो भावें धियां पुत्रां की गल करो, अज कमा के ले जाने हैं, अज सानूं लगदा है बड़ा प्यार करते हैं, जिदन बुढ़ेपा आ जाता है वो प्यार किधर चला जाता है परिवार का, जां किसी को रोग लग जाता है वो किधर चला जाता है प्यार। फिर हुण कमाउण जोगा शरीर नहीं रहा तो प्यार भी कोई नहीं जे मिलना, प्यार भी उन्ना चिर ही है। तां ते हुण सारे कहते गुरु साहिब जी तुरद्यां फिरदे ही लै जाओ, पता है जिदन बैठ के किसी ने पुछना नहीं है, कमाउण जोगे नहीं ना रहना। हुण नहीं लगता ये समझ खीरले समय आउंदी है, हुण तो सानूं ऐ लगदा परिवार तो बगैर नींद ही नहीं आउंदी किते, साडी सारियां दी हालत इहो है। पर असल गल ये है भी अपनी लोड़ करके जुड़े ना एक दूसरे नाल। जे मेरे तो किसी की जरूरत नहीं पूरी हुंदी ते मैं उहदे वास्ते कुछ भी नहीं है, कख भी नहीं है। ते जे मैं किसी को लिया के सिखाउणा है तो कहणगे तुहाडे तो बगैर प्रशादा भी नहीं सी सकदे। महाराज कहते जब ही निर धन देखियो नर को संग छाड़ सब भागे, कहो कहाँ ये मन मौरे को इन स्यों नेहो लगायो। कहते मौरे बन नूं समझा लेना चाहिए, इन्हां नाल ही नेह जोड़ी बैठा है, ये झूठा नेह है। अगे महाराज कहते दीना नाथ सकल भै भंजन, ਜਿਹੜਾ ਉਹ ਦੀਨਾ ਦਾ ਨਾਥ है ना परमात्मा, जस तां को बिसरायो, वो परिवार नाल जुड़ गया, रब का जस ही भुल गयो। इन्हां ने तेरा साथ नहीं देना, जिन्हें तेरा साथ देना सी ਉਹਨੂੰ तू जपिया ही नहीं। पोतक लत कुटंब है माया मोह वधाए, माया का मोह वध गया, ਧੀਆਂ पुत्रां नूं असीं सारे सुख देण च लगे हुए हैं। अगे अगले वचन कहते दरगह लेखा मंगिए, जिदन तेरे तो रब ने हिसाब किताब मंगया ना, अंत ना सकी कोई अंत ना सकी छड़ाए, किसी ने अंत नूं तेनूं छड़ाउणा कोई नहीं हो। महाराज ने दुनी चंद नूं कहा सी पाप करना है, इन्ने पैसे तो जोड़ी बैठा है, जिन्हां वास्ते करदा पुछ हिस्सा बनाउणगे जिद्दां रब दे घरों सजा मिली। पुछ के आया दुनी चंद, उन्होंने जवाब देता, कहते जी भावें धर्म की किरत करो, भावें लुट के लियाओ, तुहाडी जिम्मेवारी सानूं सिखाउणा। ते दुनी चंद कहता जी वो तो कहते असीं काहदा हिसाब किताब देना है। फिर महाराज कहते फिर कैवें कोई ठगियां क्यों मारदा लोकां नाल, जे इन्हां ने हिसाब किताब नहीं देना, इन्हां नूं फिर सुख देण च क्यों लगा होया है। धर्म की किरत कर, जिन्ना क आप छकदा इन्हां नूं भी छका, जिन्ना क मिलदा उन्ना की छक के सबर कर। फिर वो पैसे गरीबां च वंडाए महाराज ने, कहते वंड दे जिन्हां दे लुट खो के लिया, जिन्हां ने साथ ही नहीं देना फिर इन्हां नूं सहूलतां देण च लगा होया है। महाराज कहते जिथे लेखा रब मंगेसिया बैठा कट बई, धीआं पुत्रां ने थोड़ी उत्थे फिर साडा साथ देना। जदों रब ने हिसाब किताब मंगे तो पहुंचना ही नहीं इन्होंने उत्थों तक, जिन्हां वास्ते तू ये सब कुछ करदा है। बिन नावे सब दुख है, महाराज कहते नाम तो बगैर तो दुख ही है। हर के नाम बिना दुख पावे, भगत बिना सहसा नहीं चूके, गुर यह भेद बतावे। महाराज कहते सुख ते नाम दे अंदर ही है। जे नाम नूं तू वसार दिता ना तो जीवन भी तेरा सुखी ने। दुखदाई मोह माए, माया का मोह दुख देण वाला है। हाँ अज नहीं लगता, अज तो लगता है भी 4 रुपये लियाना चंगा, सारिया सहूलतां मिल गईयां। महाराज कहते नाम तो बगैर अगे दुख है। तू ये भुल गया तेरे तो हिसाब किताब भी मंगया जाना है, तू रब की कचहरी च एक दिन पेश होना है। तो महाराज ने बहुत ही थां ते बचन कहे भी धन च सुख नहीं है। चलो एक पंक्ति आप बहुत बारी पढ़ते हैं, सुख ना ही बहुत है धन खाटे,
ਵੀ ਕੋਈ ਆਖਿਆ ਨਾ ਬਹੁਤੇ ਧਨ ਵਾਲਾ ਸੁਖੀ ਹੈ, ਮਹਾਰਾਜ ਕਹਿੰਦੇ ਨਹੀਂ। ਸੁਖ ਨਾਹੀ ਪੇਖੈ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁਖ ਤੇ ਗੁਣ ਗਾਉਣ ਦੇ ਅੰਦਰ ਹੈ। ਹਰ ਕੋ ਨਾਮ ਸਦਾ ਸੁਖਦਾਈ, ਨਾਮ ਹੀ ਸੁਖਦਾਈ ਹੈ। ਬਿਨ ਨਾਵੇ ਸਭ ਦੁੱਖ ਹੈ ਦੁਖਦਾਈ, ਮੋਹ ਮਾਏ ਦੁੱਖ ਦੇਣ ਵਾਲਾ ਮਾਇਆ ਦਾ ਮੋਹ। ਨਾਨਕ ਗੁਰਮੁਖ ਨਦਰੀ ਆਇਆ, ਨਾਨਕ ਗੁਰਮੁਖ ਦੀ ਨਜ਼ਰ 'ਚ ਆਇਆ। ਮੋਹ ਮਾਇਆ ਵਿਛੜ ਸਭ ਜਾਏ, ਇਹ ਮੋਹ ਮਾਇਆ ਤੇ ਵਿਛੜ ਜਾਣਾ ਸਭ ਕੁਝ। ਜਿਹੜਾ ਧਨ ਇਕੱਠਾ ਕੀਤਾ ਇਹਨੇ ਵੀ ਵਿਛੜ ਜਾਣਾ, ਉਹ ਬੈਂਕ 'ਚ ਪਿਆ ਰਹਿ ਜਾਣਾ, ਪਰਿਵਾਰ ਨੇ ਵੀ ਵਿਛੜ ਜਾਣਾ। ਸਭਨਾ ਮਰਨਾ ਆਇਆ ਵਿਛੋੜਾ, ਸਭਨਾ ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈ ਜਾਣਾ। ਜ਼ਮੀਨ ਵੀ ਵਿਛੜ ਜਾਣੀ ਹੈ, ਘਰ ਵੀ ਵਿਛੜ ਜਾਣਾ। ਮਹਾਰਾਜ ਨੇ ਕਹਾ ਨਾ, ਰੇ ਬੋਰੇ, ਅੱਜ ਤੇ ਪਰਿਵਾਰ ਘਰ ਨਾਲ ਬੜਾ ਜੁੜਿਆ। ਰੇ ਬੋਰੇ ਬੋਰੇ ਪਾਗਲਾ, ਤੋਹੇ ਘਰੀ ਨਾ ਰਾਖੇ ਕੋਈ, ਜਦੋਂ ਤੁਰ ਗਿਆ ਇਸੇ ਘਰ ਹੀ, ਇੱਕ ਘੜੀ ਨਹੀਂ ਰੱਖਣਾ ਇਹਨਾਂ ਨੇ ਤੈਨੂੰ। ਹੁਣ ਤੇ 2 ਵਜੇ ਮੌਤ ਹੁੰਦੀ, 5 ਵਜੇ ਨੂੰ ਸੰਸਕਾਰ ਹੋ ਜਾਂਦਾ ਹੈ। ਸਵੇਰੇ ਨੂੰ ਰਾਤ ਕੱਢਣੀ ਬੜੀ ਔਖੀ ਹੋ ਜਾਂਦੀ ਹੈ। ਜਿਸ ਘਰ ਨੂੰ ਛੱਡ ਕੇ ਕਹਿੰਦਾ ਇੱਕ ਰਾਤ ਵੀ ਮੈਨੂੰ ਇਹ ਘਰ ਤੋਂ ਬਗੈਰ ਨੀਂਦ ਨਹੀਂ ਆਉਂਦੀ, ਉਸ ਘਰ 'ਚ ਇੱਕ ਰਾਤ ਵੀ ਉਹਨਾਂ ਨੇ ਫਿਰ ਠਹਿਰ ਦੇਣਾ। ਕਹਿਣਗੇ ਛੇਤੀ ਕਰੋ, ਰਾਤ ਕੌਣ ਬੈਠਾ ਰਹੇਗਾ ਸਾਰੀ ਰਾਤ ਕੋਲ। ਐਸਾ ਕੁਝ ਹੁੰਦਾ ਅੱਜ। ਰਾਤ ਕਿਵੇਂ ਕੱਢਾਂਗੇ, ਸਾਰੇ ਗੱਲ ਰਾਤ। ਤੇ ਜੇ ਕਿਸੇ ਨੂੰ ਰੱਖਣਾ ਪਵੇ, ਕਹਿੰਦੇ ਜੀ ਰਾਤ ਹੀ ਪਹਾੜ ਵਰਗੀ ਸੀ। ਮਹਾਰਾਜ ਕਹਿੰਦੇ ਮਾਇਆ ਮੋਹ ਤੋਂ ਬਗੈਰ ਦੁੱਖ ਹੀ ਹੈ, ਉਹਨੂੰ ਜਪ। ਤੇ ਗੁਰਮੁਖ ਨੂੰ ਨਜ਼ਰੀ ਪੈ ਗਿਆ ਵੀ ਇਹ ਗੱਲ ਸੱਚੀ ਹੈ। ਗੁਰੂ ਨਾਨਕ ਸਾਹਿਬ ਜੀ ਜੋ ਕਹਿੰਦੇ ਆ, ਗੁਰੂ ਰਾਮਦਾਸ ਜੀ ਨੇ ਵੀ ਅੱਜ ਕਿਹਾ, ਮੋਹ ਮਾਇਆ ਵਿਛੜ ਸਭ ਜਾਏ। ਇਹ ਮਾਇਆ ਦਾ ਮੋਹ ਸਭ ਕੁਝ ਵਿਛੜ ਜਾਂਦਾ ਹੈ। ਧੀਆਂ ਪੁੱਤਰ ਵੀ ਵਿਛੜ ਜਾਣੇ ਹੈ, ਮਾਇਆ ਵੀ ਵਿਛੜ ਜਾਣੀ, ਘਰ ਵੀ ਵਿਛੜ ਜਾਣਾ ਹੈ, ਜ਼ਮੀਨ ਵੀ, ਉਹ ਸਾਰਾ ਕੁਝ, ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈਣਾ ਹੈ। ਤੇ ਮਹਾਰਾਜ ਕਹਿੰਦੇ ਉਹ ਚੀਜ਼ ਇਕੱਤਰ ਕਰ, ਵਣਜ ਕਰੋ ਵਣਜਾਰਿਓ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭਹਿ ਨਾਲ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਏ। ਜਿਹੜਾ ਘਰ ਛੱਡ ਜਾਣਾ ਉਹਦੇ ਨਾਲ ਬੜਾ ਪਿਆਰ ਹੈ। ਜਿਸ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੇਤਨਾ ਆ। ਜਿੱਥੇ ਸਦਾ ਵਾਸਤੇ ਰਹਿਣਾ ਉਹ ਘਰ ਦਾ ਚੇਤਾ ਨਹੀਂ। ਜਿਸ ਘਰ ਨੂੰ ਛੱਡ ਕੇ ਆਏ, ਪਤਾ ਨਹੀਂ ਜਿਉਂਦਿਆਂ ਨੇ ਉੱਥੇ ਵਾਪਸ ਜਾਣਾ ਕਿ ਉਸ ਘਰ ਨਾਲ ਬੜਾ ਹੀ ਪਿਆਰ ਹੈ। ਮਹਾਰਾਜ ਕਹਿੰਦੇ ਤੇਰੇ ਤੋਂ ਰੱਬ ਦੇ ਘਰ ਹਿਸਾਬ ਕਿਤਾਬ ਮੰਗਿਆ ਜਾਣਾ ਹੈ। ਇਹ ਸਭ ਕੁਝ ਵਿਛੜਨ ਵਾਲਾ ਹੈ। ਉਹਦੀ ਗੱਲ ਕਰ, ਇੱਕ ਦੇ ਨਾਲ ਜੁੜ। ਰੱਬ ਦੇ ਘਰ ਤੈਨੂੰ ਹਿਸਾਬ ਕਿਤਾਬ ਨਾ ਦੇਣਾ ਪਵੇ। ਬਾਬਾ ਫਰੀਦ ਜੀ ਦੇ ਬੋਲ ਬਹੁਤ ਵਾਰੀ ਆਪਾਂ ਨੇ ਵੀ ਸਰਵਣ ਕੀਤੇ ਨੇ, ਵੀ ਜਿੰਨੀ ਕਮਨੀ ਨਾਹੀ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਬਈ ਸਾਈਂ ਦੇ ਦਰਬਾਰ। ਹਾਂ ਭਾਈ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ। ਇੱਥੇ ਚੰਗੇ ਕਰਮ ਕਰ, ਦਰਗਾਹ ਦੇ ਵਿੱਚ ਤੈਨੂੰ ਢੋਈ, ਤੈਨੂੰ ਜਗ੍ਹਾ, ਤੈਨੂੰ ਆਨੰਦ ਮਿਲੇਗਾ। ਸਦੀਵ ਕਾਲ ਵਾਸਤੇ ਉਹਦੇ ਚਰਨਾਂ ਨਾਲ ਜੁੜੇਗਾ। ਇਹ ਯਤਨ ਰੱਬਣੇ